हाँ जी, सत श्री अकाल दोस्तों, की हाल है जी दोस्तों। वेलकम टू सरी इमीग्रेशन यूट्यूब चैनल। दोस्तों हर हफ्ते की तरह ही ਤੁਹਾਡੇ ਲਈ ਫੇਰ ਲੈ ਕੇ ਆਏ ਇੱਕ ਨਵੀਂ ਵੀਡੀਓ ਨਵੇਂ ਟੌਪਿਕ ਦੇ ਉੱਤੇ। ਦੋਸਤੋ ਅੱਜ ਜਿਹੜੀ ਵੀਡੀਓ ਹੈਗੀ ਇਹਦੇ ਵਿੱਚ ਆਪਾਂ ਸ਼ੇਅਰ ਕਰਨਾ ਤੁਹਾਡੇ ਨਾਲ ਇਨਫੋਰਮੇਸ਼ਨ ਕਿ ਜਿਹੜਾ ਰੂਰਲ ਰਿਨਿਊਅਲ ਸਟਰੀਮ ਹੈਗੀ ਹੈ ਜਿਹੜੀ ਅਲਬਰਟਾ ਦੇ ਵਿੱਚ ਜਿਹੜਾ ਪੀਐਨਪੀ ਇੱਕ ਪ੍ਰੋਗਰਾਮ ਹੈ ਜਿਹਦਾ ਹੁਣ ਨਾਮ ਚੇਂਜ ਕਰ ਦਿੱਤਾ ਸੀ ਇਹਨਾਂ ਨੇ ਰੀਸੈਂਟਲੀ, ਜਿਹਨੂੰ ਹੁਣ ਇਹਨਾਂ ਨੇ ਨਾਮ ਬਦਲ ਕੇ ਕਰ ਦਿੱਤਾ AAIP ਕਰ ਦਿੱਤਾ, ਅਲਬਰਟਾ ਐਡਵਾਂਟੇਜ ਇਮੀਗ੍ਰੇਸ਼ਨ ਪ੍ਰੋਗਰਾਮ 2022 ਇਹਦਾ ਨਾਮ ਆ। ਤੇ ਇਹਨੂੰ ਜਿਵੇਂ ਪੀਐਨਪੀ ਬਾਕੀ ਹੋਰ ਕੋਈ ਚੇਂਜਸ ਨਹੀਂ ਆਈਆਂ, ਸਿਰਫ ਨਾਮ ਚੇਂਜ ਕੀਤਾ। ਤੇ ਇਹਦੇ ਅੰਡਰ ਇੱਕ ਹੋਰ ਸਟਰੀਮ ਹੈਗੀ ਆ ਜਿਹਦਾ ਨਾਮ ਹੈਗਾ ਦੋਸਤੋ ਰੂਰਲ ਰਿਨਿਊਅਲ ਸਟਰੀਮ। ਸੋ ਇਹਦੇ ਬਾਰੇ ਆਪਾਂ ਡਿਸਕਸ ਕਰਨੀ ਆ ਅੱਜ ਵੀ। ਇਹਦੇ ਬਾਰੇ ਤੁਹਾਨੂੰ ਇਨਫੋਰਮੇਸ਼ਨ ਦਵਾਂਗੇ ਵੀ ਤੁਸੀਂ ਕਿਸ ਤਰੀਕੇ ਨਾਲ ਇੰਡੀਆ ਬੈਠੇ ਜਾਂ ਕਿਸੇ ਵੀ ਕੰਟਰੀ ਤੇ ਬੈਠੇ, ਕੈਨੇਡਾ ਦੇ ਇਨਸਾਈਡ ਜਾਂ ਆਊਟਸਾਈਡ ਤੁਸੀਂ ਬੈਠੇ ਕਿਵੇਂ ਪੀਆਰ ਜਾਂ ਵਰਕ ਪਰਮਿਟ ਲੈ ਸਕਦੇ ਹੋ ਤੇ ਬੜੇ ਈਜ਼ੀਲੀ ਤਰੀਕੇ ਨਾਲ ਤੇ ਘੱਟ ਤੋਂ ਘੱਟ ਰਿਕੁਆਇਰਮੈਂਟਸ ਨਾਲ। ਸੋ ਦੋਸਤੋ ਜੇ ਤੁਸੀਂ ਜਾਣਨਾ ਚਾਹੁੰਦੇ ਹੋ ਵੀ ਤੁਸੀਂ ਇਹ ਸਭ ਚੀਜ਼ਾਂ ਕਿਸ ਤਰੀਕੇ ਨਾਲ ਕਰ ਸਕਦੇ ਹੋ ਤਾਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ। ਜੇ ਤੁਸੀਂ ਫਸਟ ਟਾਈਮ ਇੱਥੇ ਹੈਗੇ ਹੋ ਤਾਂ ਲਾਈਕ ਜਰੂਰ ਕਰਕੇ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਐਂਡ ਬੈਲ ਵਾਲਾ ਆਈਕਨ ਜਰੂਰ ਦਬ ਦਿਓ ਤਾਂ ਕਿ ਤੁਸੀਂ ਸਾਡੀਆਂ ਕੋਈ ਵੀ ਵੀਡੀਓਜ਼ ਮਿਸ ਨਾ ਕਰੋ। ਐਂਡ ਜੇ ਤੁਹਾਨੂੰ ਸਾਡੀ ਵੀਡੀਓ ਦੋਸਤੋ ਵਧੀਆ ਲੱਗੀ ਤਾਂ ਐਂਡ ਦੇ ਵਿੱਚ ਆਪਣੇ ਫੈਮਿਲੀ ਐਂਡ ਫਰੈਂਡਸ ਦੇ ਨਾਲ ਸ਼ੇਅਰ ਜਰੂਰ ਕਰਿਓ। ਸੋ ਹਾਂਜੀ ਦੋਸਤੋ ਸਟਾਰਟ ਕਰਦੇ ਹਾਂ ਵੀਡੀਓ। ਸੋ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਅੱਜ ਆਪਾਂ ਗੱਲ ਕਰਨੀ ਆ ਰੂਰਲ ਰਿਨਿਊਅਲ ਸਟਰੀਮ ਦੇ ਉੱਤੇ। ਸੋ ਦੋਸਤੋ ਅਲਬਰਟਾ ਦੇ ਵਿੱਚ ਕੈਲਗਰੀ ਐਡਮਿੰਟਨ ਵੱਡੇ ਸ਼ਹਿਰ ਨੇ, ਇਹਨਾਂ ਦੋਨਾਂ ਨੂੰ ਛੱਡ ਕੇ ਕਿਸੇ ਵੀ ਏਰੀਆ ਦੇ ਵਿੱਚ ਜਿਹਦੀ ਪੋਪੂਲੇਸ਼ਨ 1 ਲੱਖ ਤੋਂ ਘੱਟ ਹੈਗੀ ਆ, ਜੇ ਉਹ ਕਮਿਊਨਿਟੀ ਰਜਿਸਟਰ ਹੈਗੀ ਆ ਦੋਸਤੋ ਤਾਂ ਉਹ ਡੈਫੀਨੇਟਲੀ ਜਿਹੜੇ ਉਸ ਕਮਿਊਨਿਟੀ ਦੇ ਵਿੱਚ ਜਿਹੜੇ EMPLOYER ਹੈਗੇ ਨੇ ਉਹ ਬੁਲਾ ਸਕਦੇ ਨੇ ਫੋਰਨ ਵਰਕਰਸ ਨੂੰ, ਚਾਹੇ ਵਰਕ ਪਰਮਿਟ ਤੇ ਚਾਹੇ ਪੀਆਰ ਦੇ ਉੱਤੇ ਦੋਸਤੋ। ਸੋ ਇਹਦਾ ਪ੍ਰੋਸੈਸ ਹੈਗਾ 2 ਹਿੱਸਿਆਂ ਦੇ ਵਿੱਚ ਹੁੰਦਾ। ਪਹਿਲਾਂ ਤਾਂ ਪੀਐਨਪੀ ਵਾਲਾ ਪ੍ਰੋਸੈਸ ਆ, ਅਲਬਰਟਾ ਦਾ ਪ੍ਰੋਸੈਸ ਆ ਐਂਡ ਦੈਨ ਕਮਿਊਨਿਟੀ ਦਾ ਪ੍ਰੋਸੈਸ ਆ। ਐਂਡ ਜਦੋਂ ਇਹ ਦੋਨੇ ਪ੍ਰੋਸੈਸ ਕਲੀਅਰ ਹੋ ਜਾਂਦੇ ਦੋਸਤੋ ਫਿਰ ਤੁਹਾਡੀ ਫੈਡਰਲ ਦੇ ਵਿੱਚ ਵਰਕ ਪਰਮਿਟ ਜਾਂ ਪੀਆਰ ਦੀ ਐਪਲੀਕੇਸ਼ਨ ਲੱਗਦੀ ਆ। ਸੋ ਜਿਹੜਾ ਪੀਆਰ ਐਂਡ ਵਰਕ ਦੀ ਜਿਹੜੀ ਐਪਲੀਕੇਸ਼ਨ ਫੈਡਰਲ ਲੱਗਦੀ ਆ ਉਹ ਵੈਰੀ ਸਿੰਪਲ ਤੇ ਉਹਨੂੰ ਆਪਾਂ ਲੇਟਰ ਔਨ ਡਿਸਕਸ ਕਰਾਂਗੇ ਵੀਡੀਓ ਦੇ ਐਂਡ ਦੇ ਵਿੱਚ। ਪਰ ਪਹਿਲਾਂ ਆਪਾਂ ਜਿਹੜੇ 2 ਮੇਨ ਸਟੈਪ ਹੈਗੇ ਨੇ ਜਿਹੜੇ ਅਲਬਰਟਾ ਦਾ AAIP ਦਾ ਤੇ ਜਿਹੜਾ ਰੂਰਲ ਰਿਨਿਊਅਲ ਸਟਰੀਮ ਜਿਹੜੀ ਹੈਗੀ ਆ ਜਿਹੜੀ ਕਿ ਰੂਰਲ ਕਮਿਊਨਿਟੀਜ਼ ਵਾਸਤੇ ਆ ਤੇ ਕਮਿਊਨਿਟੀ ਦੀ ਕੀ ਗਾਈਡਲਾਈਨਸ ਹੈਗੀਆਂ ਨੇ ਆਪਾਂ ਉਹਦੇ ਬਾਰੇ ਡਿਸਕਸ ਕਰਾਂਗੇ ਵੀਡੀਓ ਦੀ ਸਟਾਰਟਿੰਗ ਦੇ ਵਿੱਚ। ਸੋ ਦੋਸਤੋ ਸਟੈਪ 1 ਦੇ ਵਿੱਚ ਆ ਜਾਂਦਾ ਕਿ ਤੁਸੀਂ ਇੰਡੋਰਸਮੈਂਟ ਲੈਟਰ ਲੈਣੀ ਹੁੰਦੀ ਆ ਕਮਿਊਨਿਟੀ ਦੇ ਵਿੱਚੋਂ, ਜਿਹੜੀ ਕਮਿਊਨਿਟੀ ਦੇ ਵਿੱਚ ਤੁਹਾਨੂੰ ਜੌਬ ਆਫਰ ਮਿਲੀ ਆ। ਸੋ ਜਿਹੜੀ ਇੰਡੋਰਸਮੈਂਟ ਲੈਟਰ ਹੈਗੀ ਆ ਦੋਸਤੋ, ਦੇਖੋ ਇਹ ਪ੍ਰੋਸੈਸ ਨੂੰ ਸਮਝਣ ਦੀ ਲੋੜ ਆ ਕਿ ਇਹ ਸਿੰਪਲ ਪੀਆਰ ਜਾਂ ਵਰਕ ਪਰਮਿਟ ਦੀ ਫਾਈਲ ਨਹੀਂ ਹੈਗੀ ਵੀ ਸਿੱਧੀ ਜਿਹੜੀ ਫੈਡਰਲ ਲੱਗ ਜੂਗੀ, ਐਕਸਪ੍ਰੈਸ ਐਂਟਰੀ ਵਾਂਗੂ ਨਹੀਂ ਹੈਗੀ ਇਹ, ਨਾ ਹੀ ਐਲਐਮਆਈਏ ਬੇਸਡ ਵਰਕ ਪਰਮਿਟ ਦੇ ਵਾਂਗੂ ਆ। ਇਹਦੇ ਵਿੱਚ ਜੋ ਦੋਸਤੋ ਲੇਅਰਡ ਪ੍ਰੋਸੈਸ ਆ। ਲੇਅਰਡ ਪ੍ਰੋਸੈਸ ਕਹਿਣ ਦਾ ਮਤਲਬ ਪਹਿਲਾਂ ਜਿਹੜੇ ਸ਼ਹਿਰ ਦੇ ਵਿੱਚ ਜਿਹੜੇ ਪਿੰਡ ਕਸਬੇ ਦੇ ਵਿੱਚ ਤੁਹਾਡਾ EMPLOYER ਆ ਪਹਿਲਾਂ ਤੁਹਾਨੂੰ ਉਹ ਕਲੀਅਰ ਕਰੂਗਾ, ਫਿਰ ਤੁਹਾਨੂੰ ਸਟੇਟ ਪ੍ਰੋਵਿੰਸ ਕਰੂਗੀ, ਦੈਨ ਤੁਹਾਨੂੰ ਫੈਡਰਲ ਕਰੂਗੀ। ਸੋ ਸਭ ਨਾਲ ਪਹਿਲਾਂ ਆਪਾਂ ਜਿਵੇਂ ਗੱਲ ਕਰ ਰਹੇ ਹਾਂ ਕਮਿਊਨਿਟੀ ਗਾਈਡਲਾਈਨਸ ਦੀ, ਵੀ ਜਿਹੜੇ ਕਸਬੇ ਦੇ ਵਿੱਚ ਤੁਹਾਡਾ EMPLOYER ਹੈਗਾ ਆ ਉਹਨੂੰ ਇੰਡੋਰਸਮੈਂਟ ਲੈਟਰ ਦੇਣੀ ਪੈਣੀ ਹੈ ਉਸ ਟਾਊਨ ਨੂੰ। ਜਿਹੜੀ ਇੰਡੋਰਸਮੈਂਟ ਲੈਟਰ ਹੈਗੀ ਹੈ ਦੋਸਤੋ ਉਹ EDO ਆਰਗੇਨਾਈਜੇਸ਼ਨ ਦਊਗੀ, ਇਕਨੋਮਿਕ ਡਿਵੈਲਪਮੈਂਟ ਆਰਗੇਨਾਈਜੇਸ਼ਨ। ਹਰ ਇੱਕ ਕਮਿਊਨਿਟੀ ਜਿਹੜੀ ਇਸ ਪ੍ਰੋਗਰਾਮ ਦੇ ਵਿੱਚ ਪਾਰਟਿਸਿਪੇਟ ਕਰ ਰਹੀ ਆ ਉਹਦਾ ਇਹ ਡਿਪਾਰਟਮੈਂਟ ਬਣਾਇਆ ਹੋਊਗਾ। EDO ਡਿਪਾਰਟਮੈਂਟ ਉਹਨਾਂ ਨੇ ਨਾਮ ਦਿੱਤਾ ਦੋਸਤੋ ਇਸ ਨੂੰ। ਐਂਡ ਉਹ ਜਿਹੜੀ EDO ਆਰਗੇਨਾਈਜੇਸ਼ਨ ਹੈਗੀ ਆ ਉਹ ਤੁਹਾਨੂੰ ਇੰਡੋਰਸਮੈਂਟ ਲੈਟਰ ਦਊਗੀ ਸਿਟੀ ਦੇ ਬਿਹਾਫ ਤੇ ਦੋਸਤੋ। ਉਹਦੇ ਵਿੱਚ ਤੁਹਾਡਾ EMPLOYER, ਉਹਦਾ ਨਾਮ, ਡਿਟੇਲ ਸਾਰੀਆਂ ਤੇ ਤੁਹਾਡਾ ਨਾਮ, ਐਡਰੈਸ, ਤੁਹਾਡੀਆਂ ਡਿਟੇਲਸ ਐਂਡ ਜੌਬ ਡਿਟੇਲਸ ਦੱਸੀਆਂ ਹੋਣਗੀਆਂ ਵੀ ਕਿੱਥੇ ਕੰਮ ਕਰੋਗੇ, ਕਿੰਨਾ ਕੰਮ ਕਰੋਗੇ ਤੇ ਫੁੱਲ ਟਾਈਮ ਜੌਬ ਹੈਗੀ ਆ, ਕਿੰਨੀ ਪੇ ਰੇਟ ਤੁਹਾਨੂੰ ਮਿਲਣੀ ਆ ਐਂਡ ਕਿੰਨੇ ਟਾਈਮ ਦਾ ਇਹ ਕੰਟਰੈਕਟ ਹੈਗਾ, ਉਹਦੇ ਵਿੱਚ ਸਾਰਾ ਕੁਝ ਡਿਟੇਲ ਦੇ ਵਿੱਚ ਲਿਖਿਆ ਹੋਊਗਾ। ਐਂਡ ਜਦੋਂ ਤੁਹਾਨੂੰ ਸਿਟੀ ਜਿਹੜੀ ਹੈਗੀ ਆ ਤੁਹਾਨੂੰ ਅਪਰੂਵ ਕਰੂਗੀ ਤਾਂ EDO ਡਿਪਾਰਟਮੈਂਟ ਜਿਹੜਾ ਹੈਗਾ ਤੁਹਾਨੂੰ ਇਹ ਇੰਡੋਰਸਮੈਂਟ ਲੈਟਰ ਦਊਗਾ। ਐਂਡ ਇੰਡੋਰਸਮੈਂਟ ਲੈਟਰ ਜੇ ਤੁਹਾਡਾ ਫਰਸਟ ਸਟੈਪ ਹੈਗਾ ਦੋਸਤੋ, ਇੰਡੋਰਸਮੈਂਟ ਲੈਟਰ ਲੈ ਕੇ ਹੀ ਤੁਹਾਡੀ AAIP ਜਿਹਨੂੰ ਆਪਾਂ ਪ੍ਰੋਵਿੰਸ਼ੀਅਲ ਨੋਮਨੀ ਪ੍ਰੋਗਰਾਮ ਵੀ ਕਹਿੰਦੇ ਆ, ਤੁਹਾਡੀ PNP ਦੀ ਜਿਹੜੀ ਹੈਗੀ ਆ ਫਾਈਲ ਲੱਗਣੀ ਆ। ਸੋ ਦੋਸਤੋ ਜਿਹੜੀ ਇੰਡੋਰਸਮੈਂਟ ਲੈਟਰ ਆ, ਇੰਡੋਰਸਮੈਂਟ ਲੈਟਰ ਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਵੀ ਜੌਬ ਡਿਟੇਲਸ ਵੀ ਦਿੱਤੀਆਂ ਹੋਣਗੀਆਂ। ਸੋ ਜੌਬ ਜਿਹੜੀ ਹੈਗੀ ਆ ਦੋਸਤੋ EMPLOYER ਸਿਰਫ ਉਹੀ ਕੁਆਲੀਫਾਈ ਹੋ ਸਕਦਾ ਵਾ ਜਿਹੜਾ ਘੱਟੋ ਘੱਟ 12 ਮਹੀਨੇ ਦਾ ਕੰਟਰੈਕਟ ਦੇਵੇ ਤੇ ਫੁੱਲ ਟਾਈਮ ਦੇਵੇ। ਫੁੱਲ ਟਾਈਮ ਦਾ ਮਤਲਬ ਘੱਟੋ ਘੱਟ 30 ਘੰਟੇ ਕੰਮ ਤੁਹਾਨੂੰ ਦਊਗਾ ਹਰ ਹਫਤੇ ਦੇ। ਉਹੀ ਬੰਦਾ ਸਿਰਫ ਤੁਹਾਨੂੰ ਜੌਬ ਆਫਰ ਦੇ ਸਕਦਾ ਆ ਤੇ ਉਹਨੂੰ ਹੀ ਇੰਡੋਰਸਮੈਂਟ ਲੈਟਰ ਮਿਲੂਗੀ। ਐਂਡ ਉਹਦੇ ਵਿੱਚ ਇਹ ਵੀ ਪ੍ਰੂਫ ਕੀਤਾ ਹੋਊਗਾ ਇੰਡੋਰਸਮੈਂਟ ਲੈਟਰ ਦੇ ਵਿੱਚ ਕਿ ਹਾਂਜੀ EMPLOYER ਨੇ ਸਾਨੂੰ ਸਾਰੇ ਜਿਹੜੇ ਪ੍ਰੂਫ ਹੈਗੇ ਨੇ ਦਿੱਤੇ ਨੇ। ਇਹਨੇ ਲੋਕਲ ਬੰਦਾ ਲੱਭਣ ਦੀ ਕੋਸ਼ਿਸ਼ ਕੀਤੀ ਸੀ ਪਰ ਇਹਨੂੰ ਲੋਕਲ ਬੰਦਾ ਨਹੀਂ ਲੱਭਿਆ, ਇਸ ਕਰਕੇ ਇਹ ਫੋਰਨਰ ਨੂੰ ਜੌਬ ਆਫਰ ਦੇ ਰਿਹਾ ਆ। ਸੋ ਇਹ ਸਾਰੀਆਂ ਡਿਟੇਲਸ EMPLOYER ਦੀਆਂ ਜਿਹੜੀਆਂ ਤੁਹਾਨੂੰ ਦੇਣੀਆਂ ਨੇ ਜਦੋਂ ਤੁਸੀਂ ਜੌਬ ਅਪਲਾਈ ਕੀਤੀ ਆ, ਜਿਹੜੀ ਤੁਹਾਡੀ ਸਾਰੀ ਕਨਵਰਸੇਸ਼ਨ EMPLOYER ਨਾਲ ਹੋਈ ਆ ਐਂਡ ਜਿਹੜੇ ਸਾਰੇ ਡਾਕੂਮੈਂਟੇਸ਼ਨ ਤੁਸੀਂ ਉਹਨੂੰ ਪ੍ਰੋਵਾਈਡ ਕੀਤੇ ਸੀ EMPLOYER ਨੂੰ ਤੇ EMPLOYER ਨੇ ਤੁਹਾਨੂੰ ਕੀਤੇ ਸੀ, ਉਹ ਸਾਰਾ ਕੁਝ ਇਕੱਠਾ ਕਰਕੇ ਤੁਸੀਂ ਸਿਟੀ ਨੂੰ ਦੇਣਾ ਆ। ਐਂਡ ਸਿਟੀ ਦਾ ਜਿਹੜਾ EDO ਡਿਪਾਰਟਮੈਂਟ ਹੈਗਾ ਦੋਸਤੋ ਉਹ ਤੁਹਾਨੂੰ ਕਲੀਅਰ ਕਰਕੇ ਸਾਰਾ ਪ੍ਰੋਸੈਸ ਕਮਿਊਨਿਟੀ ਦੀਆਂ, ਹਰ ਇੱਕ ਕਮਿਊਨਿਟੀ ਦੇ ਨੂੰ ਦੱਸਿਆ ਹਰ ਇੱਕ ਕਸਬੇ ਦਾ ਆਪਣਾ ਆਪਣਾ ਡਿਪਾਰਟਮੈਂਟ ਹੋਊਗਾ ਇਹ
ਆਪਣੀਆਂ ਆਪਣੀਆਂ ਰਿਕੁਆਇਰਮੈਂਟਸ ਹੋਣਗੀਆਂ, ਉਹ ਸੈੱਟ ਕਰ ਸਕਦੇ ਨੇ ਆਪਣੀਆਂ ਆਪਣੀਆਂ ਰਿਕੁਆਇਰਮੈਂਟਸ। ਜਦੋਂ ਇਸ ਨੂੰ ਕਲੀਅਰ ਕਰ ਦੂਗਾ ਈਡੀਓ ਡਿਪਾਰਟਮੈਂਟ ਦੋਸਤੋ, ਫਿਰ ਤੁਹਾਨੂੰ ਇੰਡੋਰਸਮੈਂਟ ਲੈਟਰ ਦੇਣਗੇ। ਐਂਡ ਇੰਡੋਰਸਮੈਂਟ ਲੈਟਰ ਨਾਲ ਤੁਹਾਨੂੰ ਇਦਾਂ ਹੋ ਜਾਊਗਾ ਵੀ ਤੁਹਾਡਾ ਪਹਿਲਾ ਸਟੈਪ ਜਿਹੜਾ ਹੈਗਾ ਕਲੀਅਰ ਹੋ ਗਿਆ, ਕਿ ਜਿਹੜੀ ਤੁਹਾਨੂੰ ਰੈਜ਼ੀਡੈਂਸੀ ਹੈਗੀ ਆ, ਤੁਹਾਨੂੰ ਉਸ ਕਸਬੇ ਨੇ, ਉਸ ਟਾਊਨ ਨੇ, ਉਸ ਛੋਟੀ ਸਿਟੀ ਨੇ ਤੁਹਾਨੂੰ ਰੈਜ਼ੀਡੈਂਸੀ ਜਿਹੜੀ ਹੈਗੀ ਆ ਤੁਹਾਡੀ ਅਪਰੂਵ ਕਰ ਦਿੱਤੀ ਆ। ਸੋ ਇਹਦੇ ਨਾਲ ਦੀ ਨਾਲ ਦੋਸਤੋ ਤੁਹਾਨੂੰ ਇੱਕ ਲੈਟਰ ਆਫ ਸਪੋਰਟ ਵੀ ਲੈਣੀ ਪਊਗੀ। ਲੈਟਰ ਆਫ ਸਪੋਰਟ ਜਿਹੜੀ ਹੈਗੀ ਆ ਉਹ ਤੁਹਾਨੂੰ ਸੈਟਲਮੈਂਟ ਆਰਗੇਨਾਈਜੇਸ਼ਨ ਤੋਂ ਇੱਕ ਲੈਣੀ ਪਊਗੀ, ਜਿਹੜੀ ਕਿ ਤੁਹਾਡੀ ਸਿਟੀ ਹੀ ਤੁਹਾਨੂੰ ਪ੍ਰੋਵਾਈਡ ਕਰਵਾ ਦੂਗੀ ਉਹ। ਐਂਡ ਜਿਹੜੀ ਇਹ ਲੈਟਰ ਆਫ ਸਪੋਰਟ ਹੈਗੀ ਇਹਦੇ ਵਿੱਚ ਇਹ ਲਿਖਿਆ ਹੋਊਗਾ ਵੀ ਤੁਸੀਂ ਜਦੋਂ ਇੱਥੇ ਆਓਗੇ, ਮੰਨ ਲਓ ਜੇ ਤੁਹਾਡਾ ਸਾਰਾ ਕੁਝ ਅਪਰੂਵ ਹੋ ਜਾਂਦਾ ਹੈ, ਤੁਸੀਂ ਕਿਵੇਂ ਰਹੋਗੇ, ਕਿੱਥੇ ਰਹੋਗੇ, ਐਂਡ ਕਿੰਨਾ ਤੁਹਾਡਾ ਰੈਂਟ ਹੋਊਗਾ, ਕਿੰਨੀ ਤੁਹਾਡੀ ਇਨਕਮ ਆ, ਰੇਟ ਵੀ ਤੁਸੀਂ ਆਪਣੇ ਖਾਤੇ ਚੱਕ ਪਾਓਗੇ ਕਿ ਨਹੀਂ ਚੱਕ ਪਾਓਗੇ ਜਦੋਂ ਤੁਸੀਂ ਅਲਬਰਟਾ ਦੇ ਵਿੱਚ ਕਿਸੇ ਵੀ ਸ਼ਹਿਰ ਜਾਂ ਕਸਬੇ ਦੇ ਵਿੱਚ ਜਦ ਤੁਸੀਂ ਮੂਵ ਹੋਗੇ। ਸੋ ਇਹ ਤਿੰਨ ਚੀਜ਼ਾਂ ਬਹੁਤ ਜ਼ਰੂਰੀ ਸੀਗੀਆਂ। ਪਹਿਲਾਂ ਜੌਬ ਆਫਰ, ਤੁਹਾਡਾ EMPLOYER ਕੁਆਲੀਫਾਈ ਕਰਨਾ ਚਾਹੀਦਾ ਆ। ਜਦੋਂ ਉਹ ਕੁਆਲੀਫਾਈ ਕਰ ਗਿਆ ਦੈਨ ਤੁਹਾਨੂੰ ਸਿਟੀ ਜਿਹੜੀ ਹੈਗੀ ਇੰਡੋਰਸਮੈਂਟ ਲੈਟਰ ਦਊਗੀ। ਐਂਡ ਇੰਡੋਰਸਮੈਂਟ ਲੈਟਰ ਦੇ ਨਾਲ ਨਾਲ ਤੁਹਾਨੂੰ ਲੈਟਰ ਆਫ ਸਪੋਰਟ ਵੀ ਚਾਹੀਦੀ ਆ, ਜਿਹੜੀ ਕਿ ਸੈਟਲਮੈਂਟ ਆਰਗੇਨਾਈਜੇਸ਼ਨ ਤੁਹਾਨੂੰ ਦਊਗੀ। ਇਹ ਤਿੰਨੇ ਚੀਜ਼ਾਂ ਜਿਹੜੀਆਂ ਜਦੋਂ ਤੁਹਾਡੇ ਕੋਲ ਕੰਪਲੀਟ ਹੋ ਗਈਆਂ ਦੋਸਤੋ, ਇਕੱਠੀਆਂ ਕਰਕੇ ਤੁਸੀਂ AAIP ਦੇ ਵਿੱਚ ਸਬਮਿਟ ਕਰ ਦੇਣੀਆਂ ਨੇ। ਤੇ AAIP ਦਾ ਕੀ ਪ੍ਰੋਸੈਸ ਆਪਾਂ ਹੁਣ ਥੋੜੇ ਟਾਈਮ ਦੇ ਵਿੱਚ ਇਸ ਵੀਡੀਓ ਦੇ ਅੱਗੇ ਆਪਾਂ ਸ਼ੇਅਰ ਕਰਾਂਗੇ ਤੁਹਾਡੇ ਨਾਲ। ਸੋ ਨਾਲੇ ਦੋਸਤੋ ਜਿਹੜਾ ਸਟੈਪ 1 ਆ ਜਿਵੇਂ ਕਮਿਊਨਿਟੀ ਗਾਈਡਲਾਈਨਸ, ਉਹਦੇ ਵਿੱਚ ਇੱਕ ਚੀਜ਼ ਤੁਹਾਨੂੰ ਹੋਰ ਦੱਸ ਦਵਾਂ, ਸਿਰਫ ਥੋੜੇ ਜਿਹੇ ਜਿਹੜੇ ਇਹਦੇ ਵਿੱਚ ਪਿੰਡ ਕਸਬੇ ਹੈਗੇ ਨੇ ਜਿਹੜੇ ਹਜੇ ਇਨਵੋਲਵ ਹੋਏ ਨੇ। ਤੇ ਅਲਬਰਟਾ ਦੀ ਕੋਈ ਵੀ ਜਿਹੜੀ ਰੂਰਲ, ਜਿਹੜਾ ਕੋਈ ਵੀ ਪਿੰਡ ਆ, ਕੋਈ ਕਸਬਾ ਆ, ਛੋਟਾ ਸ਼ਹਿਰ ਆ, ਟਾਊਨ ਆ, ਕਾਉਂਟੀ ਆ ਕੋਈ, ਜੇ ਉਹ ਇਨਵੋਲਵ ਹੋਣੀ ਚਾਹੁੰਦੀ ਹੈ ਇਸ ਪ੍ਰੋਗਰਾਮ ਦੇ ਵਿੱਚ, ਤਾਂ ਉਹ ਹੋ ਸਕਦੇ ਨੇ ਫਰਵਰੀ 2023 ਦੇ ਤੱਕ। ਜਿਹੜੀ ਪ੍ਰੋਵਿੰਸ਼ੀਅਲ ਗਵਰਨਮੈਂਟ ਹੈਗੀ ਆ ਉਹ ਐਪਲੀਕੇਸ਼ਨਸ ਲੈ ਰਹੀ ਹੈ। ਸਾਰੀ ਕਮਿਊਨਿਟੀ ਨੇ ਆਪਣੇ ਆਪਣੇ ਪਲਾਨ ਬਣਾਉਣੇ ਆ ਵੀ ਸਾਨੂੰ ਉਰੇ ਬੰਦੇ ਕਿਉਂ ਚਾਹੀਦੇ ਨੇ, ਤੇ ਕਿਹੜੇ ਕਿਹੜੇ ਸਾਨੂੰ ਫੀਲਡ ਦੇ ਵਿੱਚ ਵੱਧ ਬੰਦੇ ਚਾਹੀਦੇ ਨੇ, ਵੀ ਅਸੀਂ ਉਰੇ ਸਾਨੂੰ ਲੇਬਰ ਨਹੀਂ ਲੱਭ ਰਹੀ, ਸਾਰੇ ਪ੍ਰੂਫ ਉਹਨਾਂ ਨੂੰ ਦੇਣਗੇ। ਤੇ ਇੱਕ ਪੁਆਇੰਟ ਸਿਸਟਮ ਬਣਾਇਆ ਗਿਆ ਵਾ ਕਮਿਊਨਿਟੀਜ਼ ਵਾਸਤੇ, ਪਿੰਡਾਂ ਕਸਬਿਆਂ ਵਾਸਤੇ, ਜਿਹੜਾ ਕਿ ਉਹਨਾਂ ਨੂੰ 150 ਪੁਆਇੰਟ ਘੱਟੋ ਘੱਟ ਕੁਆਲੀਫਾਈ ਕਰਨਾ ਪਊਗਾ। 150 ਪੁਆਇੰਟ ਉਹਨਾਂ ਦੇ ਬਣਨੇ ਚਾਹੀਦੇ ਆ ਕਮਿਊਨਿਟੀਆਂ ਦੇ, ਤਾਂ ਕਿ ਉਹ ਫਿਰ ਇਸ ਪ੍ਰੋਗਰਾਮ ਦੇ ਵਿੱਚ ਪਾਰਟਿਸਿਪੇਟ ਕਰ ਸਕਣ। ਪਾਰਟਿਸਿਪੇਟ ਕਰਨ ਦੇ ਨਾਲ ਇਹ ਹੋ ਜਾਊਗਾ ਵੀ ਇਸ ਕਮਿਊਨਿਟੀ ਦੇ ਵਿੱਚ ਜਿਹੜੀ ਕੁਆਲੀਫਾਈ ਕਰੂਗੀ, ਜਿਹੜੇ ਉਹਦੇ EMPLOYER ਹੈਗੇ ਨੇ, ਉਹ ਜੌਬ ਆਫਰ ਦੇ ਕੇ ਬਾਹਰੋਂ ਬੰਦੇ ਬੁਲਾ ਸਕਣਗੇ। ਸੋ ਦੋਸਤੋ ਇਹ ਤਾਂ ਸਾਰਾ ਸੀਗਾ ਵੀ ਕਮਿਊਨਿਟੀ ਬਾਰੇ, ਵੀ ਜਿਹੜੀ ਕਮਿਊਨਿਟੀ ਦੇ ਵਿੱਚ ਤੁਹਾਨੂੰ ਤੁਹਾਡਾ EMPLOYER ਹੋਊਗਾ, ਜਿੱਥੇ ਤੁਹਾਡੇ ਕੰਮ ਕਰਨਾ ਜਾ ਕੇ, ਜਿੱਥੇ ਤੁਸੀਂ ਰਹਿਣਾ, ਵੀ ਉਹਦੀਆਂ ਕੀ ਕੀ ਰਿਕੁਆਇਰਮੈਂਟਸ ਨੇ। ਪਹਿਲਾ ਸਟੈਪ ਸੀਗਾ। ਹੁਣ ਆਪਾਂ ਗੱਲ ਕਰਨੀ ਹੈ ਦੋਸਤੋ AAIP ਦੀ। ਹੁਣ ਜਦੋਂ ਤੁਹਾਡੀ ਪ੍ਰੋਫਾਈਲ ਪਹਿਲੇ ਸਟੈਪ ਤੋਂ ਕਲੀਅਰ ਹੋ ਗਏ, ਦੂਜੇ ਸਟੈਪ ਤੇ ਜਾਣੀ ਆ, ਪ੍ਰੋਵਿੰਸ ਕੋਲ ਜਾਣੀ ਆ, ਉਹਨਾਂ ਦੀਆਂ ਕੀ ਕੀ ਰਿਕੁਆਇਰਮੈਂਟਸ ਹੋਣਗੀਆਂ, ਤੇ ਉਹਨਾਂ ਨੇ ਤੁਹਾਨੂੰ ਕਿਹੜੀ ਕਿਹੜੀਆਂ ਚੀਜ਼ਾਂ ਤੇ ਤੁਹਾਨੂੰ ਇਵੈਲੂਏਟ ਕਰਨੀ ਤੁਹਾਡੀ ਪ੍ਰੋਫਾਈਲ, ਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਦੇਖ ਕੇ ਤੁਹਾਨੂੰ ਅਪਰੂਵਲ ਦੇਣੀ ਆ। ਸੋ ਦੋਸਤੋ ਇਹਦੇ ਵਿੱਚ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਈਏ ਵੀ ਜਿਹੜੀ AAIP ਹੈਗੀ ਆ, ਇਹਦੇ ਵਿੱਚ ਇਸ ਸਟਰੀਮ ਦੇ ਅੰਡਰ, ਰੂਰਲ ਰਿਨਿਊਅਲ ਸਟਰੀਮ ਦੇ ਅੰਡਰ, ਕੁਝ ਜੌਬਸ ਇਦਾਂ ਨਹੀਂ ਹੈਗੀਆਂ ਜਿਹੜੀਆਂ ਕੁਆਲੀਫਾਈ ਨਹੀਂ ਕਰਦੀਆਂ ਹੈਗੀਆਂ, ਜਿਵੇਂ ਕਿ ਹਾਰਵੈਸਟ ਲੇਬਰਰਸ ਹੋ ਗਏ, ਖੇਤਾਂ 'ਚ ਕੰਮ ਕਰਨ ਵਾਲੇ ਲੋਕ ਹੋ ਗਏ, ਕੇਅਰ ਗਿਵਰ ਹੋ ਗਏ, ਜਾਂ ਫਿਰ ਆਪਣੇ ਸਿੰਗਰਸ ਜਾਂ ਰਾਈਟਰਸ ਵਗੈਰਾ ਹੋ ਗਏ। ਇਹ ਨਹੀਂ ਇਹਦੇ ਵਿੱਚ ਕੁਆਲੀਫਾਈ ਕਰਦੇ ਹੈਗੇ, ਇਹ ਇਨਐਲੀਜੀਬਲ ਆਕੂਪੇਸ਼ਨਸ ਹੈਗੀਆਂ ਨੇ। ਸੋ ਦੋਸਤੋ AAIP ਦੇ ਵਿੱਚ ਤੁਹਾਨੂੰ ਦੱਸ ਦਿੱਤਾ ਵੀ ਕਿਹੜੀਆਂ ਜੌਬਸ ਐਲੀਜੀਬਲ ਨਹੀਂ ਹੈਗੀਆਂ, ਤੇ ਕਮਿਊਨਿਟੀ ਦੇ ਜਿਹੜੇ ਸਾਰੇ ਡਾਕੂਮੈਂਟਸ ਹੈਗੇ ਤੁਸੀਂ ਉਹ ਵੀ ਸਬਮਿਟ ਕਰਨੇ ਆ। ਤੇ ਇਹਦੇ ਨਾਲ ਨਾਲ ਦੋਸਤੋ ਇਹਦੇ ਵਿੱਚ ਇੰਗਲਿਸ਼ ਦੀ ਰਿਕੁਆਇਰਮੈਂਟ ਵੀ ਹੈਗੀ ਆ, ਪਰ ਜਿਹੜੀ ਕਿ ਬਹੁਤ ਜ਼ਿਆਦਾ ਘੱਟ ਆ। ਜੇ ਤੁਸੀਂ ਨੌਕ OA ਜਾਂ B ਦੇ ਵਿੱਚ ਤੁਹਾਡੀ ਜੌਬ ਹੈਗੀ ਆ, ਤਾਂ ਤੁਹਾਨੂੰ CLB 5 ਈਚ ਲੈਣਾ ਤੁਸੀਂ, ਲਿਸਨਿੰਗ, ਸਪੀਕਿੰਗ, ਰੀਡਿੰਗ ਐਂਡ ਰਾਈਟਿੰਗ ਦੇ ਵਿੱਚ। ਐਂਡ ਜੇ ਤੁਹਾਡੀ ਨੌਕ ਹੈਗੀ ਆ C ਜਾਂ D ਹੈਗੀ ਆ, ਤਾਂ ਫਿਰ ਤੁਹਾਨੂੰ CLB 4 ਚਾਹੀਦਾ ਈਚ। ਚਾਰੇ ਮੋਡਿਊਲਾਂ ਦੇ ਵਿੱਚੋਂ ਤੁਹਾਨੂੰ ਚਾਰੇ ਮੋਡਿਊਲਸ ਜਿਹੜੇ ਹੈਗੇ ਨੇ ਉਹਨਾਂ ਵਿੱਚੋਂ ਤੁਹਾਨੂੰ 4 ਈਚ ਤੁਹਾਡਾ ਹੋਣਾ ਚਾਹੀਦਾ ਆ। ਐਂਡ ਉਦੋਂ ਬਾਅਦ ਚ ਦੋਸਤੋ ਆਪਾਂ ਗੱਲ ਕਰਨੀ ਹੈ ਐਜੂਕੇਸ਼ਨ ਦੀ। ਐਜੂਕੇਸ਼ਨ ਦੇ ਵਿੱਚ ਦੋਸਤੋ ਜੇ ਤੁਸੀਂ ਘੱਟੋ ਘੱਟ ਤੁਹਾਡੀ +2 ਕੀਤੀ ਹੋਣੀ ਚਾਹੀਦੀ ਹੈ। ਜੇ ਤੁਸੀਂ ਇਹ ਤੋਂ ਵੱਧ ਪੜ੍ਹਾਈ ਕੀਤੀ ਹੋਈ ਆ, ਮੰਨ ਲਓ ਬੈਚਲਰ ਕੀਤੀ ਹੋਈ ਹੈ, ਤਾਂ ਬੈਚਲਰ ਦੀ ਤੁਹਾਡੇ ਕੋਲ ECA ਹੋਣੀ ਚਾਹੀਦੀ, ਵੈਲੂਏਸ਼ਨ ਹੋਣੀ ਚਾਹੀਦੀ ਹੈ, ਚਾਹੇ ਵੈਸਟ ਤੋਂ ਕਰਾਓ, ਚਾਹੇ IQS ਤੋਂ ਕਰਾਓ, ICS ਤੋਂ ਕਰਾਓ। ਠੀਕ ਹੈ ਜੀ। ਜੇ ਤੁਸੀਂ ਮਾਸਟਰਸ ਕੀਤੀ ਹੋਈ ਆ, ਜਿਹੜੀ ਵੀ ਤੁਹਾਡੀ ਹਾਈਐਸਟ ਐਜੂਕੇਸ਼ਨ ਆ, ਜੇ +2 ਕੀਤੀ ਹੈ ਤਾਂ +2 ਦੀ ਕਰਵਾ ਕੇ ਦੇਣੀ ਆ, ਜੇ ਬੈਚਲਰ ਦੀ ਤਾਂ ਬੈਚਲਰ ਦੀ, ਜੇ ਮਾਸਟਰਸ ਕੀਤੀ ਹੈ ਤਾਂ ਮਾਸਟਰਸ ਦੀ। ਸਾਰਿਆਂ ਦੀ ਨਹੀਂ ਕਰਾਉਣ ਦੀ ਲੋੜ। ਜਿਹੜਾ ਤੁਹਾਡਾ ਹਾਈਐਸਟ ਲੈਵਲ ਐਜੂਕੇਸ਼ਨ ਆ ਉਹਦੀ ਤੁਸੀਂ ECA ਕਰਵਾ ਕੇ ਨਾਲ ਤੁਸੀਂ ਜਿਹੜੀ ਹੈਗੀ ਸਬਮਿਟ ਕਰਨੀ ਆ। ਸੋ ਦੋਸਤੋ ਫੇਰ ਗੱਲ ਆ ਗਈ ਇਹਦੇ ਵਿੱਚ ਫੰਡਸ ਦੀ, ਵੀ ਤੁਹਾਨੂੰ ਹੁਣ ਫੰਡਸ ਕਿੰਨੇ ਸ਼ੋ ਕਰਨੇ ਪੈਣਗੇ। ਸੋ ਪ੍ਰੋਵਿੰਸ਼ੀਅਲ ਜਿਹੜੀਆਂ ਅਲਬਰਟਾ ਨੇ ਆਪਣੀਆਂ ਗਾਈਡਲਾਈਨ ਸੈੱਟ ਕੀਤੀਆਂ ਨੇ ਦੋਸਤੋ, ਉਹ ਵੈਰੀ ਕਰਦੀਆਂ ਨੇ ਕਮਿਊਨਿਟੀ ਟੂ ਕਮਿਊਨਿਟੀ। ਉਹ ਇਹ ਕਹਿੰਦੇ ਨੇ ਵੀ ਜਿੱਥੇ ਘੱਟ ਆਬਾਦੀ ਆ ਉੱਥੇ ਤੁਹਾਨੂੰ ਘੱਟ ਪੈਸਿਆਂ ਦੀ ਲੋੜ ਆ, ਜਿੱਥੇ ਵੱਧ ਆਬਾਦੀ ਆ ਉੱਥੇ ਮਹਿੰਗਾਈ ਜ਼ਿਆਦਾ ਆ, ਉੱਥੇ ਤੁਹਾਨੂੰ ਵੱਧ ਪੈਸੇ ਚਾਹੀਦੇ ਨੇ। ਸੋ ਇਸ ਕਰਕੇ ਇਹਨਾਂ ਨੇ ਬ੍ਰੈਕਟਸ ਜਿਹੜੀਆਂ ਹੈਗੀਆਂ ਸੈੱਟ ਕੀਤੀਆਂ ਹੋਈਆਂ। ਸੋ ਆਪਾਂ ਮੰਨ ਕੇ ਚੱਲੀਏ ਕਿ ਮੋਟਾ ਜੇ ਇੱਕ ਬੰਦੇ ਨੇ ਅਪਲਾਈ ਕੀਤੀ ਆ, ਤਾਂ 9,000 ਤੋਂ ਲੈ ਕੇ 13,000 14,000 ਦੇ ਬਿਟਵੀਨ ਕਮਿਊਨਿਟੀਜ਼ ਦੀ ਇਹਨਾਂ ਨੇ ਜਿਹੜੀ ਰੇਸ਼ੋ ਰੱਖੀ ਹੋਈ ਹੈ। ਤੇ ਜਿਵੇਂ ਜਿਵੇਂ ਤੁਹਾਡੇ ਫੈਮਿਲੀ ਮੈਂਬਰ ਵਧੀ ਜਾਣਗੇ, ਉਸ ਤਰੀਕੇ ਨਾਲ ਬ੍ਰੈਕਟ ਵੀ ਜਿਹੜੀ ਹੈਗੀ ਉਹ ਵੱਡੀ ਹੋਈ ਜਾਊਗੀ ਇਹ। ਸੋ ਦੋਸਤੋ ਹੁਣ ਸੈਕਿੰਡ ਸਟੈਪ ਜਿਹੜਾ ਸੀਗਾ AAIP ਦਾ, ਇਹ ਵੀ ਆਪਾਂ ਕਲੀਅਰ ਕਰ ਲਿਆ। ਚਾਹੇ ਉਹ ਜਿਹੜੇ ਕਮਿਊਨਿਟੀ ਦੇ ਡਾਕੂਮੈਂਟਸ ਹੋਣ ਉਹ ਸਬਮਿਟ ਕਰਨੇ ਆ, ਚਾਹੇ ਤੁਹਾਡੀ IELTS ਹੈਗੀ ਆ ਉਹ ਸਬਮਿਟ ਕਰਨੀ ਆ, ਐਜੂਕੇਸ਼ਨ ਡਾਕੂਮੈਂਟਸ ਜਿਹੜੇ ਹੈਗੇ ਨੇ ਉਹ ਤੁਸੀਂ ਸਬਮਿਟ ਕਰਨੇ ਨੇ, ਤੇ ਜਾਂ ਫਿਰ ਜਿਹੜੇ ਮੇਕ ਸ਼ੋਰ ਕਰਨਾ ਵੀ ਤੁਸੀਂ ਜਿਹੜੀ
ਇਨਐਲੀਜੀਬਲ ਜਿਹੜੀਆਂ ਆਕੂਪੇਸ਼ਨਸ ਹੈਗੀਆਂ ਤੁਸੀਂ ਉਹ 'ਚ ਨਾ ਫਾਲ ਕਰਦੇ ਹੋ। ਜੇ ਤੁਸੀਂ ਜਾਣਨਾ ਚਾਹੁੰਦੇ ਹੋ ਕਿਹੜੀਆਂ-ਕਿਹੜੀਆਂ ਜੌਬਸ ਨੇ ਤਾਂ ਲਿੰਕ ਡਿਸਕ੍ਰਿਪਸ਼ਨ ਵਿੱਚ ਮੈਂ ਪਾ ਦਿੱਤਾ ਆਲਰੇਡੀ, ਤੁਸੀਂ ਚੈੱਕ ਵੀ ਕਰ ਸਕਦੇ ਹੋ। ਐਂਡ ਜੇ ਉਸ ਤੋਂ ਬਾਅਦ ਦੇ ਵਿੱਚ ਗੱਲ ਆ ਗਈ ਦੋਸਤੋ ਵਰਕ ਐਕਸਪੀਰੀਅੰਸ ਦੀ, ਵੀ ਵਰਕ ਐਕਸਪੀਰੀਅੰਸ ਕਿੰਨਾ ਹੋਣਾ ਚਾਹੀਦਾ। ਉਹ ਜਿਹੜਾ ਟੋਟਲੀ ਵਰਕ ਐਕਸਪੀਰੀਅੰਸ ਹੈਗਾ ਇਹਨਾਂ ਨੇ ਇਹ ਗੱਲ ਕਹੀ ਆ ਵੀ ਕਮਿਊਨਿਟੀ ਟੂ ਕਮਿਊਨਿਟੀ ਡਿਪੈਂਡ ਕਰਦੀ ਹੈ। ਜੇ ਤੁਹਾਨੂੰ ਜੌਬ ਆਫਰ ਹੀ ਮਿਲ ਗਈ ਆ, ਜੇ ਤੁਸੀਂ ਕੁਆਲੀਫਾਈ ਕਰਦੇ ਹੋ ਉਸ ਕੰਮ ਨੂੰ ਕਰਨ ਲਈ, ਤਾਂ ਇਹਨਾਂ ਦੀ ਕੋਈ ਐਸੀ ਰਿਕੁਆਇਰਮੈਂਟ ਨਹੀਂ ਹੈਗੀ ਵੀ ਤੁਸੀਂ ਵੀ 3 ਸਾਲ ਦਾ ਜਾਂ 5 ਸਾਲ ਦਾ ਜਾਂ 2 ਸਾਲ ਦਾ ਕੰਮ ਕੀਤਾ ਹੋਣਾ ਚਾਹੀਦਾ। 1 ਸਾਲ ਵਾਲਾ ਵੀ ਘੱਟੋ ਘੱਟ ਜਿਹੜਾ ਜਿਹਦੇ ਕੋਲ ਵਰਕ ਐਕਸਪੀਰੀਅੰਸ ਹੈਗਾ ਉਹ ਅਪਲਾਈ ਕਰ ਸਕੂਗਾ ਇਸ ਫੀਲਡ ਦੇ ਵਿੱਚ। ਸੋ ਦੋਸਤੋ ਜਦੋਂ ਤੁਸੀਂ ਸਟੈਪ 2 ਵੀ ਕਲੀਅਰ ਕਰ ਲਿਆ, ਸਟੈਪ 1 ਸੀਗਾ ਕਮਿਊਨਿਟੀ ਦਾ, ਸਟੈਪ 2 ਸੀਗਾ ਪ੍ਰੋਵਿੰਸ਼ੀਅਲ ਅਲਬਰਟਾ ਦਾ। ਜਦੋਂ ਤੁਸੀਂ ਦੋਨੇ ਕਲੀਅਰ ਕਰ ਲਏ ਫਿਰ ਤੁਹਾਡੇ ਕੋਲ 6 ਮਹੀਨੇ ਦਾ ਟਾਈਮ ਹੋਊਗਾ, ਜਾਂ ਤੁਸੀਂ ਆਪਣੀ ਪੀਆਰ ਪਾ ਦਿਓ, ਫਿਰ ਜਾਂ ਤੁਸੀਂ ਲੈਟਰ ਆਫ ਸਪੋਰਟ ਲੈ ਕੇ ਆਪਣਾ ਵਰਕ ਪਰਮਿਟ ਅਪਲਾਈ ਕਰ ਦਿਓ। ਦੋਨੇ ਆਪਸ਼ਨ ਤੁਹਾਡੇ ਕੋਲ ਹੋਣਗੇ। ਜੇ ਤੁਸੀਂ ਡਾਇਰੈਕਟਲੀ ਆਉਣਾ ਚਾਹੁੰਦੇ ਹੋ ਇੰਡੀਆ ਤੋਂ ਜਾਂ ਕਿਸੇ ਵੀ ਕੰਟਰੀ ਤੋਂ ਪੀਆਰ ਆਉਣਾ ਚਾਹੁੰਦੇ ਹੋ ਤਾਂ ਤੁਸੀਂ ਪੀਆਰ ਫਾਈਲ ਲਾ ਸਕਦੇ ਹੋ, ਜਿਹੜੀ ਕਿ ਫੈਡਰਲ ਜਾਊਗੀ ਐਂਡ ਜਿਹਨੂੰ ਆਪਾਂ ਸਟੇਟ ਗਵਰਨਮੈਂਟ ਇੰਡੀਆ 'ਚ ਕਹਿੰਦੇ ਆ। ਐਂਡ ਜੇ ਤੁਸੀਂ ਵਰਕ ਪਰਮਿਟ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਲੈਟਰ ਆਫ ਸਪੋਰਟ ਲੈ ਕੇ, ਜਿਹੜਾ ਕਿ ਤੁਹਾਨੂੰ ਪ੍ਰੋਵਿੰਸ਼ੀਅਲ ਗਵਰਨਮੈਂਟ ਦਊਗੀ, ਤੁਸੀਂ ਉਹ ਲੈ ਕੇ ਫੈਡਰਲ ਸਬਮਿਟ ਕਰਾ ਸਕਦੇ ਹੋ ਤੇ ਵਰਕ ਪਰਮਿਟ ਤੇ ਜਲਦੀ ਆ ਸਕਦੇ ਹੋ ਕੈਨੇਡਾ ਵਰਕ ਪਰਮਿਟ ਤੇ। ਪਰ ਤੁਸੀਂ ਇਕੱਲੇ ਆਓਗੇ, ਉਹਦੇ ਵਿੱਚ ਫੈਮਿਲੀ ਨਹੀਂ ਆਊਗੀ। ਫੈਮਿਲੀ ਉਦੋਂ ਆਊਗੀ ਜਦੋਂ ਤੁਹਾਡੀ ਪੀਆਰ ਜਿਹੜੀ ਹੈਗੀ ਆ ਅਪਰੂਵ ਹੋ ਜਾਂਦੀ ਆ। ਸੋ ਦੋਸਤੋ ਇਹਦੇ ਵਿੱਚ ਕੋਈ ਵੀ ਬੰਦਾ ਅਪਲਾਈ ਕਰ ਸਕਦਾ, ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਇੰਡੀਆ ਤੋਂ ਬਾਹਰ ਹੀ ਹੋ ਤਾਂ ਹੀ ਅਪਲਾਈ ਕਰ ਸਕਦੇ ਹੋ। ਜੇ ਉਰੇ ਇੰਟਰਨੈਸ਼ਨਲ ਸਟੂਡੈਂਟ ਹੈਗੇ ਨੇ ਜਾਂ ਕਿਸੇ ਵੀ ਰੈਜ਼ੀਡੈਂਟ ਪਰਮਿਟ ਤੇ ਉਰੇ ਹੈਗੇ ਨੇ ਤਾਂ ਉਹ ਅਪਲਾਈ ਕਰ ਸਕਦੇ ਨੇ ਦੋਸਤੋ। ਇਸ ਪ੍ਰੋਗਰਾਮ ਦੇ ਅੰਡਰ ਕੁਆਲੀਫਾਈ ਕਰਨਗੇ। ਹਰ ਇੱਕ ਕਮਿਊਨਿਟੀ ਦਾ ਡਿਪੈਂਡ ਕਰਦਾ ਹੈ, ਅਲੱਗ-ਅਲੱਗ ਕ੍ਰਾਈਟੇਰੀਆ ਹੋਊਗਾ। ਸੋ ਹੁਣ ਦੋਸਤੋ ਇਹ ਡਿਪੈਂਡ ਕਰਦਾ ਹੈ ਵੀ ਤੁਹਾਨੂੰ ਜਿਹੜੀ ਜੌਬ ਆਫਰ ਹੈਗੀ ਹੈ ਕਿੱਥੇ ਮਿਲ ਰਹੀ ਹੈ, ਕਿਹੜੀ ਕਮਿਊਨਿਟੀ ਦੇ ਵਿੱਚ ਮਿਲ ਰਹੀ ਹੈ ਤੇ ਕੀ ਉਹਦੀਆਂ ਰਿਕੁਆਇਰਮੈਂਟਸ ਨੇ, ਕੀ ਤੁਸੀਂ ਪੂਰੀਆਂ ਕਰ ਰਹੇ ਹੋ ਕਿ ਨਹੀਂ ਕਰ ਰਹੇ ਹੋ। ਬਟ ਓਵਰਆਲ ਦੋਸਤੋ ਇਹ ਬਹੁਤ ਈਜ਼ੀ ਪ੍ਰੋਸੈਸ ਆ, ਇੰਨਾ ਕੰਪਲਿਕੇਟਡ ਨਹੀਂ ਹੈਗਾ, ਇਟਸ ਵੈਰੀ ਸਿੰਪਲ ਪ੍ਰੋਸੈਸ। ਸੋ ਜਿਹੜੀਆਂ ਕਮਿਊਨਿਟੀ ਇਸ ਪ੍ਰੋਗਰਾਮ ਦੇ ਅੰਡਰ ਪਾਰਟਿਸਿਪੇਟ ਕਰ ਰਹੀਆਂ ਉਹਨਾਂ ਦਾ ਲਿੰਕ ਮੈਂ ਆਲਰੇਡੀ ਡਿਸਕ੍ਰਿਪਸ਼ਨ ਵਿੱਚ ਪਾ ਦਿੱਤਾ ਦੋਸਤੋ, ਤੁਸੀਂ ਚੈੱਕ ਕਰ ਸਕਦੇ ਹੋ। ਸੋ ਦੋਸਤੋ ਇੱਕ ਬਹੁਤ ਵੱਡੀ ਅਲਬਰਟਾ ਦੀ ਇਮੀਗ੍ਰੇਸ਼ਨ ਪਾਲਿਸੀ ਆ, ਉਹਦੇ ਵਿੱਚ ਇੱਕ ਛੋਟਾ ਜਿਹਾ ਪ੍ਰੋਗਰਾਮ ਆ ਰੂਰਲ ਰਿਨਿਊਅਲ ਸਟਰੀਮ। ਸਾਰਾ ਇਹਦੀ ਇਨਫੋਰਮੇਸ਼ਨ ਮੈਂ ਟਰਾਈ ਕੀਤੀ ਹੈ ਕਿ ਤੁਹਾਨੂੰ ਜਲਦ ਤੋਂ ਜਲਦੀ ਕੰਪੈਕਟ ਤਰੀਕੇ ਦੇ ਵਿੱਚ ਕਿਵੇਂ ਦਿੱਤੀ ਜਾਵੇ। ਜੇ ਤੁਹਾਡਾ ਕੋਈ ਵੀ ਕੁਐਸਚਨ ਹੈਗਾ, ਕੋਈ ਵੀ ਡਾਊਟ ਇਹਦੇ ਵਿੱਚ ਰੇਜ਼ ਹੋਇਆ ਵਾ ਤਾਂ ਜਰੂਰ ਕਮੈਂਟਸ ਕਰਕੇ ਦੱਸਿਓ। ਨੈਕਸਟ ਵੀਡੀਓ ਦੇ ਵਿੱਚ ਮੈਂ ਉਹਨੂੰ ਕਲੀਅਰ ਕਰਨ ਦੀ ਪੂਰੀ ਕੋਸ਼ਿਸ਼ ਕਰੂੰਗਾ। ਐਂਡ ਜੇ ਤੁਸੀਂ ਜ਼ਿਆਦਾ ਜਾਣਕਾਰੀ ਲੈਣਾ ਚਾਹੁੰਦੇ ਹੋ ਤੁਸੀਂ ਸਾਡੇ ਫੋਨ ਨੰਬਰ ਜਾਂ ਸਾਨੂੰ ਈਮੇਲ ਤੇ ਵੀ ਕੰਟੈਕਟ ਕਰ ਸਕਦੇ ਹੋ। ਸੋ ਦੋਸਤੋ ਅਗਲੀ ਵੀਡੀਓ ਦੇ ਵਿੱਚ ਫਿਰ ਇਸੇ ਤਰੀਕੇ ਨਾਲ ਤੁਹਾਨੂੰ ਫੇਰ ਮਿਲਾਂਗੇ ਨਵੇਂ ਟੌਪਿਕ ਦੇ ਉੱਤੇ ਐਂਡ ਨਵੀਂ ਨੌਲੇਜ ਦੇ ਨਾਲ, ਨਵੇਂ ਤੁਹਾਡੇ ਨਾਲ ਨਗਰ ਸ਼ੇਅਰ ਕਰਾਂਗੇ। ਅੰਟਿਲ ਦੈਨ ਥੈਂਕ ਯੂ ਸੋ ਮਚ।